ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਮੌਕੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਅਤੇ ਬੱਚੇ ਸਿੱਖ ਕੌਮ ਦਾ ਸਰਮਾਇਆ ਹਨ, ਜਿਨ੍ਹਾਂ ਨੇ ਕੌਮੀ ਜਜ਼ਬੇ ਦੀ ਰੋਸ਼ਨੀ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ। ਉਨ੍ਹਾਂ ਕਿਹਾ ਕਿ ਘੱਲੂਘਾਰੇ ਦੇ ਸ਼ਹੀਦਾਂ ਦੀ ਸਾਲਾਨਾ ਯਾਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕਰਵਾਏ ਗਏ ਸ਼ਹੀਦੀ ਸਮਾਗਮ ਮਗਰੋਂ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਸਿੱਖਾਂ ਲਈ ਭਗਤੀ ਅਤੇ ਸ਼ਕਤੀ ਦਾ ਸੋਮਾ ਹਨ, ਪਰ ਦੁੱਖ ਦੀ ਗੱਲ ਹੈ ਕਿ ਜੂਨ 84 ਚ ਸਮੇਂ ਦੀ ਕਾਂਗਰਸ ਹਕੂਮਤ ਨੇ ਸ਼੍ਰੀ ਦਰਬਾਰ ਸਾਹਿਬ ਸਮੇਤ 37 ਗੁਰਦੁਆਰਿਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਸਿੱਖ ਜਗਤ ਨੂੰ ਮਾਨਸਿਕ ਤੌਰ ਤੇ ਅਸਹਿ ਅਤੇ ਅਕਹਿ ਜ਼ਖਮ ਦਿੱਤੇ ਨੇ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕੋਰੋਨਾ ਮਹਾਮਾਰੀ 'ਚ ਜਾਨਾਂ ਗਵਾ ਚੁੱਕੇ ਲੋਕਾਂ ਦੇ ਬੱਚਿਆਂ ਦੀ ਮਦਦ ਲਈ ਅਹਿਮ ਐਲਾਨ ਕਰਦਿਆਂ ਕਿਹਾ ਕਿ ਜਿਹੜੇ ਲੋਕ ਕੋਰੋਨਾ ਕਾਰਨ ਸੰਸਾਰ ਤੋਂ ਚਲੇ ਗਏ ਨੇ, ਉਹਨਾਂ ਦੇ ਬੱਚਿਆਂ ਦੀ ਵਿੱਦਿਆ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਮਹਾਮਾਰੀ ਦੌਰਾਨ ਬਹੁਤ ਸਾਰੇ ਅਜਿਹੇ ਲੋਕ ਵੀ ਸੰਸਾਰ ਤੋਂ ਤੁਰ ਗਏ ਹਨ, ਜਿਨ੍ਹਾਂ ਦੇ ਕਮਾਈ ਦੇ ਸਾਧਨ ਸੀਮਤ ਸਨ। ਅਜਿਹੇ ਪਰਿਵਾਰਾਂ ਦੇ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਸਕੂਲਾਂ, ਕਾਲਜਾਂ ਵਿੱਚ ਮੁਫਤ ਵਿੱਦਿਆ ਦਿੱਤੀ ਜਾਵੇਗੀ ਤਾਂ ਜੋ ਉਹ ਭਵਿੱਖ ਵਿੱਚ ਸਵੈ ਨਿਰਭਰ ਹੋ ਸਕਣ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ, ਦਾ ਟੀਵੀ NRI। ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਲਈ, ਸਿੱਖਾਂ ਲਈ ਗੁਰਦੁਆਰੇ ਕੇਵਲ ਪੂਜਣ ਵਾਲਾ ਸਥਾਨ ਹੀ ਨਹੀਂ, ਸਗੋਂ ਕਿ ਸਿੱਖਾਂ ਦੇ ਉਸ ਮਹਾਨ ਪਵਿੱਤਰ ਸਥਾਨ ਦੇ ਵਿੱਚ ਜਾਗਤ ਜੋਤ ਦਸਾਂ ਗੁਰੂਆਂ ਦੀ ਮਾਨਸਿਕ ਆਤਮਿਕ ਸ਼ਕਤੀ ਉੱਥੇ ਵਿਰਾਜਮਾਨ ਹੁੰਦੀ ਹੈ। ਸਾਰੀ ਕੌਮ ਆਪਣੇ ਗੁਰੂ ਦੇ ਅਸਥਾਨ ਤੇ ਆ ਕੇ ਨਤਮਸਤਕ ਹੋ ਕੇ ਜੀਵਨ ਦੀ ਸੇਧ ਲੈਂਦੀ ਹੈ। ਹਰ ਧਰਮ ਦੇ ਲੋਕਾਂ ਨੂੰ ਆਪਣੇ ਧਰਮ ਦੇ ਅਸਥਾਨ ਬਹੁਤ ਪਿਆਰੇ ਹੈ, ਲੇਕਿਨ ਸਿੱਖਾਂ ਦੀ ਇੱਕ ਵਿਲੱਖਣਤਾ ਹੈ ਕਿ ਸਿੱਖਾਂ ਦੇ ਅਸਥਾਨ ਸਿੱਖਾਂ ਨੂੰ ਆਪਣੀ ਜਾਨ ਤੋਂ ਪਿਆਰੇ ਹੈ। ਇਹ ਆਪਣਾ ਆਪਾ ਮਿਟਾ ਸਕਦੇ ਹੈ, ਆਪਣੇ ਧਰਮ ਸਥਾਨ ਨੂੰ ਕੋਈ ਆਂਚ ਨਹੀਂ ਆਉਣ ਦਿੰਦੇ। ਇਹਨਾਂ ਨੇ ਹਮੇਸ਼ਾ ਹੀ ਇੱਥੋਂ ਸ਼ਕਤੀ ਲਈ, ਭਗਤੀ ਲਈ ਔਰ ਮਰ ਮਿਟਣ ਦੀ ਅਵਸਥਾ ਲੈ ਕੇ ਆਪਣਾ ਜੀਵਨ ਕੁਰਬਾਨ ਕੀਤਾ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਬਹੁਤ ਸ਼ਰਧਾ ਤੇ ਸਤਿਕਾਰ ਦੇ ਨਾਲ 1984 ਦਾ ਜੋ ਘੱਲੂਘਾਰਾ ਵਾਪਰਿਆ ਸੀ, ਉਹਦੇ ਸੰਬੰਧ ਵਿੱਚ ਹਰ ਸਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਕੀਰਤਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਕੌਮ ਨੂੰ ਸੰਦੇਸ਼ ਦਿੰਦੇ ਹੈ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ ਅਤੇ ਸਾਰਿਆਂ ਨੂੰ ਇਕੱਤਰ ਹੋ ਕੇ ਇਹਨਾਂ ਮਹਾਨ ਸ਼ਹੀਦਾਂ ਦੀ ਜ਼ਿੰਦਗੀ ਜਿਹੜੀ ਹੈ ਉਹਦੇ ਲਈ ਸ਼ਰਧਾ ਦੀ ਫੁੱਲ ਭੇਂਟ ਕਰਨ ਵਾਸਤੇ ਅਸੀਂ ਸਤਿਕਾਰ ਦਿੰਦੇ ਹਾਂ। ਅੱਜ ਵੀ ਉਸੇ ਤਰ੍ਹਾਂ ਬਦਸਤੂਰ ਹਰ ਸਾਲ ਦੀ ਤਰ੍ਹਾਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਮਹਾਨ ਸ਼ਹੀਦਾਂ ਨੂੰ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ ਜੀ, ਬਾਬਾ ਅਮਰੀਕ ਸਿੰਘ, ਭਾਈ ਅਮਰੀਕ ਸਿੰਘ ਜੀ, ਭਾਈ ਠਾਰਾ ਸਿੰਘ ਤੇ ਬਾਕੀ ਸਾਰੇ ਮਹਾਨ ਸ਼ਹੀਦ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਦਿਹਾੜੇ ਨੂੰ ਮਨਾਉਂਦਿਆਂ ਹੋਇਆ ਸੰਗਤਾਂ ਅਨੇਕਾਂ ਦੀ ਗਿਣਤੀ ਵਿੱਚ ਇੱਥੇ ਪਹੁੰਚੀਆਂ ਸਨ। ਉਹ ਵੀ ਆਪਣੀਆਂ ਜਾਨਾਂ ਵਾਰ ਗਈਆਂ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਿੰਘ ਸਾਹਿਬ ਜੀ ਨੇ ਇਸੇ ਤਰ੍ਹਾਂ ਕੌਮ ਨੂੰ ਇਕੱਠੇ ਰਹਿਣ ਦੀ, ਏਕਤਾ 'ਚ ਰਹਿਣ ਦੀ ਔਰ ਆਪਣੀ ਜ਼ਿੰਦਗੀ ਨੂੰ ਤਾਕਤਵਰ ਬਣਾਉਣ ਵਾਸਤੇ ਵੱਡਾ ਉਪਦੇਸ਼ ਦਿੱਤਾ। ਮੈਂ ਜਿੱਥੇ ਆਪਣੇ ਵੱਲੋਂ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਂਟ ਕਰਦੀ ਹਾਂ, ਉੱਥੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੀ ਹਾਂ ਕਿ ਸੱਚੇ ਪਾਤਸ਼ਾਹ ਪਾਪੀ ਕੋ ਦੰਡ ਦਿਓ ਰੇ। ਜਿਨ੍ਹਾਂ ਤਾਕਤਾਂ ਨੇ, ਜਿਸ ਹੁਕੂਮਤ ਨੇ, ਕਾਂਗਰਸ ਦੀ ਹੁਕੂਮਤ ਨੇ 1984 ਦੇ ਵਿੱਚ ਸਾਡੇ ਜਾਨ ਤੋਂ ਪਿਆਰੇ ਗੁਰਧਾਮ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗੋਲੀਆਂ ਮਾਰੀਆਂ, ਛੜਨੀ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਵਿੱਚ ਗੋਲੀ ਮਾਰੀ। ਅੱਜ ਸਿੱਖ ਸਾਰੇ ਉੱਥੇ ਤੜਪ ਰਹੇ ਹੈ
और जो भी आके दर्शन करता, मेरा ख्याल है हर एक की अख कली नम ही नहीं होंगी। उत्थे कई किलकारियां मार के भी रोए, कुब्बां मार के भी रोए, अते हौके भर के भी गए। वो सारा सीन, वो सारा दृश्य, सारी दुनिया जिहड़ी है अपनी अखां सामने देख रही है। और वो फिर साडे जिहड़े पक्ष सन अज फिर बलुंदरे गए, अज फिर छिले गए। वो सारा दास्तान जिहड़ी सी अखां सामने फिर लंघी। ते जिहड़े कौम की पनीरी सी, जिन्हां ने वो दर्द अपनी अखां नाल नहीं सी देखिया, अज जदों वो अखां नाल देख रहे हैं कि साडे 10 गुरुआं की जोत गुरु ग्रंथ साहब जी की हिक विच गोली वजी और वो 90 पन्ने तक, 90 अंक तक पहुंची, चीरदियां चीरदियां। ते वो जख्म जड़े सी जदों अज देख रहे हैं, सारे जड़े है गमगीन हो जाते हैं, उदास हो जाते हैं। जिस तरह तुसी सारे अज देख रहे सी कि संगतां कितनियां गमगीन सन। श्री अकाल तख्त साहब ढह ढेरी होया, वो साडे वास्ते चानण मुनारा सी। वो स्थान सानू बहुत बड़ी सेध दिंदे। धन गुरु हरगोबिंद साहब जी ने तख्त साजिया, मेरी पीर का सिद्धांत दिता। असी धर्म नू उपर रख के राजनीति करनी है। किहड़ी राजनीति? जिहड़ी सरबत दा भला मंगे। किहड़ी राजनीति? जिहड़ी मानस की जात सब एक है पहचान वो दा पैगाम देवे। किहड़ी राजनीति? जिहड़ी सबना नू ये संदेश देवे कि ना को वैरी नहीं बिगाना। किहड़ी राजनीति करनी है? जिहड़ी सारिਆਂ ਨੂੰ बुक्कड़ विच लैके हर एक नूं बराबरता का अधिकार देवे अते सारिਆਂ ਨੂੰ एक मुठ होके चढ़दी कला दे नाल जीउण दी जिहड़ी मौका देवे, जांच देवे। जे गुरु ने दित्ती है तो उहदे अनुसार आपां चलना। तो वो समागम किते लगातार श्री गुरु ग्रंथ साहब जी की वो जिहड़ी मानसिक पीड़ा संगतां 3, 4, 5 तो हंडांदियां आ रही, 3, 4 जून तो लगातार। वो भी मैं अरदास करती सच्चे पातशाह संगतां नूं रज़ा विच रहण दी ताकत बख्शी, क्योंकि गुरु साहब ने सानू कोई भी पाना वरतिया उहदे वास्ते रज़ा विच रहण वास्ते ही सानू सारिਆਂ नूं हिम्मत नाल जरण दी भी शक्ति दित्ती है। ये साडे सारिਆਂ वास्ते पैगाम है। ते नाल ही सानू सारिਆਂ नूं जो एक बहुत उत्साह मिलता कि सूरा सो पहचानिए जो लरा दीन के हेत, पुरजा पुरजा कट मरै कबू ना छाड़ा खेत। ये सारिਆਂ गल्लां तो असी अज इत्थे नमस्कार करते हैं तो उन्होंने शहीदों को शरधा के फुल भेंट करते हैं। अज असी एक होर भी मैं आप जी को जानकारी देनी चाहनी है कि क्योंकि जख्म बहुत होए और वो जख्म जो असी एक एक करके देखते हैं तो कौम जिहड़ी है वो दर्द विच चली जाती है, बहुत बड़े विराग चाहती। कल भी असी जो हर की पौड़ी विच उस वेले महान ग्रंथ सभायमान सी, उहदे दर्शन करने वास्ते गए और उत्थे जाके देख के फिर साडा सारिਆਂ दा मन कंबिया। उस महान ग्रंथ विच जिहड़ी लंगर वाले पासे तो पिछों तो गोली वजी, वो तकरीबन 4.5 इंच विचों ग्रंथ दे विचों लंघी, ग्रंथ विच लगी। तो उस ग्रंथी दे उत्ते भी जिहड़ी वजी वो उत्थे कायल हो गया। तो ये सारा दर्द जिहड़ा असीं ज्यों-ज्यों फोलदे हैं त्यों तो हिरदा कंबदा कि असीं ते सारे भुल बैठे, कईयां नूं पता ही नहीं सी। पर जिहड़ा असीं सारा वो खोज करन दी गल शुरू कीती है ते जदों असीं जाके कल फिर सारिਆਂ ने फिर उही खूह देखिया जिहड़ा गुरु हरगोबिंद साहब जी ने उस सारे दे समय दा सीगा, जिहड़ा अजे भी वो सानूं याद कराउंदा है कि उस खूह दे पानी दे जल विचों असी किते परिक्रमा नूं इशनान करांदे सी, किते लंगर विच वरतदे सी। वो सारे स्रोत साडे जिहड़े है वो संगत की जानकारी वास्ते लियाउने जरूरी है। जिहड़ी रोजाना जिहड़ी ड्योढ़ी है वो भी सारे असीं कल देख के आए और नाल जगह असीं ढूंढ रहे हैं कि जल्दी असीं पत्रे जिहड़े है वो डिस्पले करांगे। जिहड़े पत्रियां च जिहड़े महाराज रणजीत सिंह जी दे वेले पत्रे लगे सी, वो पत्रे जिहड़े छन्नी कीते है, गोलियां के निशान लगे है, वो असीं छेती डिस्पले करांगे। और बहुत जल्दी असीं जिहड़ी शहीदां दी गैलरी है वो अजायब घर के तौर के म्यूजियम के तौर के उत्ते जल्दी उसार के उस संगत के सामने असीं रखांगे और सपुर्द करांगे संगत के दर्शनां वास्ते। बहुत जल्दी थोड़े समय वो असीं इस गल नूं संपूर्णता देंगे। एक होर क्योंकि
ਅੱਜ ਵੱਡਾ ਦਰਦ ਅਸੀਂ ਚੱਲ ਰਹੇ ਹਾਂ, ਜਿਹੜਾ ਅੱਜ ਮਾਨਵਤਾ ਦੀ ਮਨੁੱਖਤਾ ਦੀ ਬਹੁਤ ਵੱਡੀ ਪੀੜ ਬਣੀ ਹੋਈ ਹੈ, ਉਹ ਹੈ ਕਰੋਨਾ ਕੋਵਿਡ-19, ਜਿਹੜਾ ਮਹਾਮਾਰੀ ਦੇ ਰੂਪ ਵਿੱਚ ਅੱਜ ਦੇਸ਼ ਵਿੱਚ ਫੈਲਿਆ ਹੋਇਆ। ਦੁਨੀਆ ਭਰ ਦੇ ਲੋਕ ਇਸ ਗੱਲ ਨਾਲ ਹਿੱਲ ਗਏ ਕਿ ਬਿਮਾਰੀ ਦਾ ਇਲਾਜ ਨਹੀਂ, ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਧਾਰਮਿਕ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ ਲਗਾਤਾਰ ਉਹਦੇ ਨਾਲ ਜੂਝ ਰਹੀਆਂ ਹਨ। ਜੇ ਸਰਕਾਰਾਂ ਨੇ ਕਦਮ ਬਹੁਤੇ ਵੱਡੇ ਨਹੀਂ ਚੁੱਕੇ, ਜੇ ਸਰਕਾਰਾਂ ਨੇ ਅੱਜ ਕਈ ਵਾਰੀ ਦਵਾਈਆਂ ਵਿੱਚ ਵੀ, ਵੈਕਸੀਨ ਵਿੱਚ ਵੀ ਬਹੁਤ ਵੱਡੀਆਂ ਅਣਗਹਿਲੀਆਂ ਵੀ ਕੀਤੀਆਂ ਤੇ ਹਸਪਤਾਲਾਂ ਦੇ ਵਿੱਚ ਕੋਈ ਇਲਾਜ ਵਾਸਤੇ ਪ੍ਰਬੰਧ ਨਹੀਂ ਕਰ ਸਕੇ ਪੁਖਤਾ, ਤੇ ਮੈਂ ਸਮਝਦੀ ਹਾਂ ਕਿ ਅੱਜ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਨੇ ਆਪਣੇ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀ ਹੈ ਤੇ ਮਹਾਂਵਾਕ ਅਨੁਸਾਰ ਇਹ ਸਾਰੇ ਕਾਰਜ ਨੂੰ ਹੱਥਾਂ ਵਿੱਚ ਲੈ ਕੇ ਬਹੁਤ ਵੱਡੀ ਸੇਵਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰ੍ਹਾਂ ਪਹਿਲੇ ਤੋਂ ਲੈ ਕੇ ਲਗਾਤਾਰ 1.5 ਸਾਲ ਤੋਂ ਇਹ ਜ਼ਿੰਮੇਵਾਰੀ ਨਿਭਾਉਂਦੀ ਆਈ ਹੈ, ਕਦੇ ਗੁਰੂ ਕੇ ਲੰਗਰਾਂ ਦੀ ਸੇਵਾ, ਕਦੀ ਵੈਕਸੀਨ ਦੀ ਸੇਵਾ, ਕਦੇ ਕੰਸੈਂਟਰੇਟਰ ਲਾ ਕੇ ਆਕਸੀਜਨ ਦੀ ਸੇਵਾ, ਉਹਦੇ ਲੰਗਰਾਂ ਦੀ ਸੇਵਾ, ਹੁਣ ਫਿਰ ਵੈਕਸੀਨ ਦੀ ਸੇਵਾ। ਭਾਵੇਂ ਅਸੀਂ ਮੁੱਲ ਲਿਆਉਂਦੇ ਹਾਂ, ਸੰਕਟ ਸਾਡੇ ਤੇ ਵੀ ਆਰਥਿਕ ਤੌਰ ਦੇ ਉੱਤੇ, ਲੇਕਿਨ ਖਰੀਦ ਕੇ ਵੀ ਅਸੀਂ ਸੰਗਤ ਨੂੰ ਫ੍ਰੀ ਇਲਾਜ ਵਾਸਤੇ ਵਰਤਦੇ ਹਾਂ। ਉਹ ਇਸ ਕਰਕੇ ਕਿ ਕੋਈ ਰਹਿ ਨਾ ਜਾਵੇ। ਇਹ ਬਿਮਾਰੀ ਦਾ ਨਾਸ਼ ਤਾਂ ਹੋਏਗਾ ਜੇ ਅਸੀਂ ਇਹਦੀ ਮੁੱਢ ਤੋਂ ਫੜ ਲਈਏ। ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ, ਤੁਹਾਡੀ ਸੇਵਾ 'ਚ ਅਜੇ ਵੀ ਸ਼੍ਰੋਮਣੀ ਕਮੇਟੀ ਹਾਜ਼ਰ ਹੈ। ਲਗਾਤਾਰ ਇਹ ਚੱਲਦੇ ਰਹਿਣਗੇ ਜਦ ਤੱਕ ਇਸ ਬਿਮਾਰੀ ਦਾ ਖਾਤਮਾ ਨਹੀਂ ਹੁੰਦਾ। ਇੱਕ ਹੋਰ, ਕੱਲ੍ਹ ਹੀ ਅਸੀਂ ਬੈਠੇ ਐਗਜ਼ੈਕਟਿਵ ਦੀ ਸਾਰੀ ਮੈਂਬਰ ਸਨ, ਅਸੀਂ 1-2 ਫੈਸਲੇ ਕੀਤੇ ਆ ਜਿਹੜੇ ਕਿ ਮਾਨਵਤਾ ਦੀ ਸੇਵਾ ਵਿੱਚ ਅਸੀਂ ਹਾਜ਼ਰ ਕਰਨੇ ਚਾਹੁੰਦੇ ਹਾਂ। ਜਿੰਨੇ ਕਰੋਨਾ ਕਰਕੇ ਸਾਡੇ ਬੱਚੇ ਅਨਾਥ ਹੋਏ ਜਾਂ ਕਿਸੇ ਦਾ ਬਾਪ ਚਲਾ ਗਿਆ, ਬੱਚਾ ਛੋਟਾ ਹੈ, ਉਹਦਾ ਕੋਈ ਸਹਾਰਾ ਨਹੀਂ ਰਹਿ ਗਿਆ ਕਮਾਈ ਦਾ, ਘਰ ਦਾ, ਉਹਨਾਂ ਦੇ ਸਾਰੇ ਬੱਚਿਆਂ ਨੂੰ ਅਸੀਂ ਓਨ ਕਰਾਂਗੇ, ਅਡਾਪਟ ਕਰਾਂਗੇ। ਉਹਨਾਂ ਬੱਚਿਆਂ ਨੂੰ ਅਸੀਂ ਪੜ੍ਹਾਈ ਕਰਾਵਾਂਗੇ, ਉਹਨਾਂ ਬੱਚਿਆਂ ਦਾ ਅਸੀਂ ਦੇਖਭਾਲ ਕਰਾਂਗੇ, ਕਿਉਂਕਿ ਪੜ੍ਹਾਈ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਆਰਥਿਕ ਤੌਰ ਦੇ ਉੱਤੇ ਮਜ਼ਬੂਤ ਕਰਨਾ ਹੀ ਪਹਿਲਾਂ ਬੱਚਿਆਂ ਨੂੰ ਸਾਂਭਣਾ ਸਾਡੇ ਵਾਸਤੇ ਜ਼ਰੂਰੀ ਹੈ। ਔਰ ਜਿਸ ਦਾ ਵੀ ਮਾਂ ਬਾਪ ਦੁਨੀਆ ਤੋਂ ਚਲਾ ਗਿਆ, ਬੱਚੇ ਦਾ ਕੋਈ ਸਹਾਰਾ ਨਹੀਂ ਰਹਿ ਗਿਆ, ਉਹਨੂੰ ਅਸੀਂ ਆਪਣੇ ਸਕੂਲ ਵਿੱਚ, ਆਪਣੇ ਕਾਲਜਾਂ ਵਿੱਚ ਮੁਫਤ ਵਿੱਦਿਆ ਦੇ ਕੇ ਉਹਨਾਂ ਦੀ ਪੜ੍ਹਾਈ ਕਰਾਵਾਂਗੇ, ਤਾਂ ਜੋ ਉਹ ਦਰ ਤੇ ਠੋਕਰਾਂ ਨਾ ਖਾਣ, ਤਾਂ ਜੋ ਉਹ ਦੁਨੀਆ ਵਿੱਚ ਆਪਣੇ ਆਪ ਨੂੰ ਅਨਾਥ ਨਾ ਸਮਝਣ, ਤਾਂ ਜੋ ਉਹ ਇਹ ਸਮਝਣ ਕਿ ਇਹ ਮਹਾਨ ਗੁਰੂ ਦਾ ਘਰ ਜਿਹੜਾ ਹੈ ਇਹ ਸਾਰਿਆਂ ਵਾਸਤੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਉਹ ਇਹ ਸੱਚੇ ਪਾਤਸ਼ਾਹ ਦਾ ਬਿਰਧ ਬਾਣੇ ਦੀ ਲਾਜ ਹੈ ਕਿ ਉਹ ਹਰ ਇੱਕ ਦੇ ਗਰੀਬ ਦਾ ਭਲਾ ਕਰਨਾ ਚਾਹੁੰਦਾ ਹੈ। ਸੋ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ, ਜੋ ਕੋਵਿਡ ਦੇ ਵਿੱਚ ਸਾਡੇ ਪਰਿਵਾਰ ਕੋਈ ਜਾਨਾਂ ਖਤਮ ਹੋ ਗਈਆਂ, ਉਹਨਾਂ ਦੇ ਬੱਚੇ ਛੋਟੇ ਹੈ, ਪੜ੍ਹਨ ਵਾਲੇ ਹੈ, ਸਕੂਲ ਔਰ ਕਾਲਜ ਦੀ ਪੜ੍ਹਾਈ ਰੁਕ ਨਾ ਜਾਵੇ, ਉਹ ਆਰਥਿਕ ਤੌਰ ਤੇ ਖਤਮ ਨਾ ਹੋ ਜਾਣ, ਉਹਨਾਂ ਨੂੰ ਪੈਰਾਂ ਤੇ ਖੜਾ ਕਰਨ ਵਾਸਤੇ ਉਹਨਾਂ ਦੀ ਐਜੂਕੇਸ਼ਨ ਦੇਵਾਂਗੇ। ਇਸੇ ਤਰ੍ਹਾਂ ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਸਾਨ ਮੋਰਚਾ ਲੱਗਾ ਹੋਇਆ, ਔਰ ਕੇਵਲ ਕਿਸਾਨ ਮੋਰਚਾ ਬਾਰਡਰ ਤੇ ਨਹੀਂ, ਹਰ ਵਿਅਕਤੀ, ਭਾਵੇਂ ਉਹ ਦੇਸ਼ ਵਿੱਚ ਬੈਠਾ, ਭਾਵੇਂ ਉਹ ਸੰਸਾਰ ਦੇ ਕਿਸੇ ਵੀ ਹਿੱਸੇ 'ਚ ਬੈਠਾ, ਹਰ ਮਨੁੱਖ ਇਹ ਮਹਿਸੂਸ ਕਰਦਾ ਹੈ ਕਿ ਕਿਸਾਨ ਇਕੱਲਾ ਵਾਹੀ ਕਰਨ ਵਾਲਾ ਕਿਸਾਨ ਅੱਜ ਪੀੜਤ ਨਹੀਂ ਹੈ। ਭਾਵੇਂ ਕੋਈ ਵਪਾਰੀ ਹੈ, ਭਾਵੇਂ ਕੋਈ ਮੁਲਾਜ਼ਮ ਹੈ, ਭਾਵੇਂ ਕੋਈ ਵੀ ਪਰਿਵਾਰ ਦੇ ਵਿੱਚ ਕੋਈ ਹੈ, ਉਹ ਸਾਰੇ ਇਸ ਨਾਲ ਪੀੜਤ ਹੁੰਦੇ ਹੈ, ਸਾਰੇ ਅਫੈਕਟਡ ਹੁੰਦੇ ਹੈ, ਜਿਹਦੇ ਕਰਕੇ ਸਾਡਾ ਅੱਜ ਇਕਨੋਮਿਕਲ ਢਾਂਚਾ ਕੇਵਲ ਪੰਜਾਬ ਦਾ ਨਹੀਂ, ਪੂਰੇ ਦੇਸ਼ ਦਾ ਅੰਨਦਾਤਾ ਜੇ ਕਮਜ਼ੋਰ ਹੋ ਗਿਆ ਤੇ ਅੱਜ ਢਾਂਚਾ ਵੀ ਜਿਹੜਾ ਸੀ ਉਹ ਖਤਮ ਹੋ ਗਿਆ। ਅੱਜ ਅਸੀਂ ਬੜੀਆਂ ਪਰੇਸ਼ਾਨੀਆਂ ਚੱਲੀਆਂ, ਕਾਰੋਬਾਰ ਖਤਮ ਹੋ ਗਏ, ਲੋਕ ਜਿਹੜੇ ਸਨ ਰੋਟੀ ਤੋਂ ਮੁਤਾਜ ਹੋ ਗਏ, ਔਰ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ। ਦੁੱਖ ਦੀ ਗੱਲ ਇਹ ਹੈ, ਕਈ ਨੌਜਵਾਨ ਵੀ ਜਿਹੜੇ ਸਨ ਉਹ ਆਪਣੀ ਜਾਨ ਗਵਾ ਕੇ ਚਲੇ ਗਏ। ਉਹ ਬੱਚੇ ਜਿਹੜੇ ਮਾਂ-ਬਾਪ ਕਿਸਾਨ ਮੋਰਚੇ ਵਿੱਚ, ਕਿਸਾਨੀ ਦੇ ਸੰਘਰਸ਼ ਵਿੱਚ ਵੀ ਅੱਜ ਜਾਨਾਂ ਗਵਾ ਗਏ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਵੀ ਅਸੀਂ ਪ੍ਰਬੰਧ ਕਰ ਰਹੇ ਹਾਂ, ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਸ ਅੰਨਦਾਤੇ ਨੇ ਕੌਮ ਨੂੰ ਜਾਂ ਜਿਸ ਅੰਨਦਾਤੇ ਨੇ ਦੇਸ਼ ਨੂੰ ਮਜ਼ਬੂਤ ਕੀਤਾ, ਔਰ ਉਹ ਖਾਸ ਕਰਕੇ ਜਿਨ੍ਹਾਂ ਨੇ ਪੰਜਾਬੀਆਂ ਨੇ 80% ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ, ਔਰ ਆਪਣੀ ਹਿੰਮਤ ਨਾਲ, ਤਾਕਤ ਨਾਲ
ਵਿਦੇਸ਼ਾਂ ਦੀਆਂ ਸਰਕਾਰਾਂ ਨਾਲ ਵੀ, ਵਿਦੇਸ਼ਾਂ ਦੀਆਂ ਜਰਵਾਣਿਆਂ ਨਾਲ ਵੀ ਲੋਹੇ ਲਏ, ਆਪਣੀ ਧਰਮ ਦੀ ਖਾਤਰ ਵੱਡੀਆਂ ਕੁਰਬਾਨੀਆਂ ਕੀਤੀਆਂ। ਅੱਜ ਉਹ ਕੌਮ ਦੇ ਬੱਚੇ ਜੇ ਅੱਜ ਰੁਲਣਗੇ ਸੜਕਾਂ ਉੱਤੇ, ਗਲੀਆਂ ਵਿੱਚ ਜਾਂ ਘਰਾਂ ਵਿੱਚ, ਉਹ ਬਰਦਾਸ਼ਤ ਨਹੀਂ ਹੋ ਸਕਦਾ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ ਕਿ ਸਾਰੇ ਭਰਾਓ ਭੈਣੋ, ਦੇਸ਼ ਵਾਸੀਓ, ਸੰਸਾਰ ਦੇ ਕਿਸੇ ਕੋਨੇ 'ਚ ਬੈਠੇ ਹੋ, ਅੱਜ ਦਾ ਦਿਹਾੜਾ ਜਿਸ ਤਰ੍ਹਾਂ ਤੁਸੀਂ ਬਹੁਤ ਵੱਡੀ ਆਜ਼ਾਦੀ ਦੀ ਗੱਲਾਂ ਕਰਦੇ ਹੋ, ਇਹ ਮਨ ਦੀ ਆਜ਼ਾਦੀ ਤਾਂ ਹੋਣੀ ਹੈ, ਮਾਨਸਿਕ ਆਜ਼ਾਦੀ ਤਾਂ ਹੋਣੀ ਹੈ ਜੇ ਅਸੀਂ ਹੋਏ ਇਕੱਤਰ। ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ ਦੇ ਮਹਾਵਾਕ ਅਨੁਸਾਰ ਸਾਰੇ ਇਕੱਠੇ ਹੋਈਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਬਹੁਤ ਵੱਡੀਆਂ ਕੁਰਬਾਨੀਆਂ 'ਚ ਪੈਦਾ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਬਜ਼ੁਰਗਾਂ ਦੇ ਸੀਨੇ ਦੀ ਮਿੱਝ ਦੀ ਖੁਰਾਕ ਲੈ ਕੇ ਪਲੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਬਜ਼ੁਰਗਾਂ ਦੇ ਖੂਨ ਵਿੱਚੋਂ, ਖੂਨ ਦੇ ਨਾਲ ਇਹ ਸਿੰਜ ਕੇ ਬਣੀ ਹੈ। ਸੋ ਤੁਹਾਡੇ ਬਜ਼ੁਰਗਾਂ ਦੀਆਂ ਉਹਨਾਂ ਕੁਰਬਾਨੀਆਂ ਨੂੰ ਅਸੀਂ ਅਜਾਈ ਨਾ ਕਰੀਏ। ਅਸੀਂ ਸਾਰੇ ਰਲ ਕੇ ਇਸ ਮਹਾਨ ਸੰਸਥਾ ਨੂੰ ਉੱਚਾ ਚੁੱਕੀਏ, ਸਹਿਯੋਗ ਦਈਏ। ਸਮੇਂ ਦੇ ਅਨੁਸਾਰ ਕੈਨੇਡਾ 'ਚੋਂ ਕੱਲ੍ਹ ਟੋਰਾਂਟੋ ਗੁਰਦੁਆਰੇ ਦੇ ਕੁਝ ਸਿੰਘਾਂ ਨੇ, ਜਿੱਥੇ ਸਰਦਾਰ ਪ੍ਰਦੀਪ ਸਿੰਘ ਜੀ, ਪ੍ਰਧਾਨ ਸਾਹਿਬ ਸਰਦਾਰ ਗਿਆਨ ਸਿੰਘ ਜੀ, ਜਸਵੀਰ ਸਿੰਘ ਜੀ, ਹੋਰ ਵੀ ਸਾਰੇ ਸਿੰਘ ਸੰਗਤ ਕੋਲੋਂ ਅਪੀਲ ਕਰਕੇ 12 ਵੈਂਟੀਲੇਟਰ ਜਿਹੜਾ ਅਸੀਂ ਹਸਪਤਾਲ ਮਜ਼ਬੂਤ ਕਰ ਰਹੇ ਹਾਂ, ਸ੍ਰੀ ਗੁਰੂ ਰਾਮਦਾਸ ਹਸਪਤਾਲ, ਜਿਹਦੇ ਡਾਕਟਰਾਂ ਨੇ 10-12 ਸੈਂਟਰਾਂ ਵਿੱਚ ਬਹੁਤ ਵੱਡੀ ਸੇਵਾ ਕੀਤੀ, ਬੜੀ ਹਿੰਮਤ ਨਾਲ, ਡੈਡੀਕੇਸ਼ਨ ਦੇ ਨਾਲ ਸੇਵਾ ਕੀਤੀ। ਉਸ ਹਸਪਤਾਲ ਨੂੰ ਮਜ਼ਬੂਤ ਕਰਨ ਲਈ ਅਸੀਂ ਜਿੱਥੇ ਪਲਾਂਟ ਲਾ ਰਹੇ ਹਾਂ, ਆਕਸੀਜਨ ਵਧਾ ਰਹੇ ਹਾਂ, ਉੱਥੇ ICU ਦੇ ਵਿੱਚ ਹੋਰ ਵੈਂਟੀਲੇਟਰ ਲੱਗ ਜਾਣ ਤਾਂ ਜੋ ਕਿਤੇ ਬਿਮਾਰੀ ਫਿਰ ਵੱਧ ਜਾਵੇ ਤਾਂ ਉਹਦਾ ਇਲਾਜ ਕਰਨ ਵਾਸਤੇ ਅਸੀਂ ਤਕੜੇ ਹੋ ਸਕੀਏ। ਸੋ ਇਹ ਸਾਰੀਆਂ ਚੀਜ਼ਾਂ ਅੱਜ ਅਸੀਂ ਦੇਖਣ 'ਚ ਹਰ ਵੇਲੇ ਸ਼ਿੱਦਤ ਨਾਲ ਸੋਚ ਰਹੇ ਹਾਂ। ਸਾਰੇ ਮੈਂਬਰ ਬੜੇ ਚਿੰਤਤ ਹੈ, ਸਾਰੀ ਸੰਸਥਾ ਬੜੀ ਚਿੰਤਤ ਹੈ। ਜਦੋਂ ਵੀ ਕਦੇ ਅਸੀਂ ਬੈਠਦੇ ਹਾਂ, ਕਦੀ ਅਸੀਂ ਹੋਰ ਕੋਈ ਗੱਲ ਨਹੀਂ ਕੀਤੀ। ਸਭ ਤੋਂ ਵੱਧ ਪ੍ਰਾਇੋਰਟੀ ਸਾਡੀ ਅੱਜ ਜਿਹੜੀ ਹੈ ਉਹ ਕੇਵਲ ਤੇ ਕੇਵਲ ਮਾਨਵਤਾ ਦੀ ਸੇਵਾ, ਮਨੁੱਖਤਾ ਦੀ ਸੇਵਾ। ਸਾਰੇ ਇਕੱਠੇ ਹੋ ਕੇ ਅਸੀਂ ਹਰ ਵੇਲੇ ਸੋਚਦੇ ਹਾਂ ਬੱਚੇ ਕਿੱਦਾਂ ਸਾਹਮਣੇ ਹੈ, ਪਰਿਵਾਰ ਕਿੱਦਾਂ ਸਾਹਮਣੇ ਹੈ, ਜਾਂ ਸਾਡੇ ਜਿਹੜੇ ਇਸ ਸੰਘਰਸ਼ ਵਿੱਚ ਜ਼ਖਮ ਸਹਿ ਰਹੇ ਹੈ ਉਹਨਾਂ ਦਾ ਅਸੀਂ ਕਿੱਦਾਂ ਸਹਾਇਤਾ ਕਰਨੀ ਹੈ। ਇਸੇ ਤਰ੍ਹਾਂ ਜਿਹੜੇ ਕੋਈ ਸਾਡੇ ਧਰਮੀ ਫੌਜੀਆਂ ਦੀ ਅਸੀਂ ਲਗਾਤਾਰ 84 ਦੇ ਵਿੱਚ ਬੈਰਕਾ ਛੱਡ ਕੇ ਆ ਗਏ, ਬਹੁਤ ਸਾਰੇ ਤੇ ਚੜ੍ਹਾਈ ਵੀ ਕਰ ਗਏ, ਲੋਕ ਆਪਣੇ ਸਰੀਰ ਵੀ ਛੱਡ ਗਏ, ਪਰ ਜਿਹੜੇ ਪਰਿਵਾਰ ਅਜੇ ਕੋਈ ਸਾਡੇ ਕੋਲੋਂ ਰਹਿ ਗਏ ਹੋਣਗੇ, ਅਣਗੌਲੇ ਰਹਿ ਗਏ ਹੋਣਗੇ, ਜਾਂ ਸਾਡੇ ਤੱਕ ਪਹੁੰਚ ਨਹੀਂ ਕਰ ਸਕੇ ਹੋਣਗੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗੀ ਕਿ ਤੁਸੀਂ ਜਦੋਂ ਵੀ ਕਿਤੇ ਜਿਹੜਾ ਅਸੀਂ ਤੁਹਾਡੀ ਕੋਈ ਸੇਵਾ ਵਿੱਚ ਹਾਜ਼ਰ ਕੀਤਾ ਸੀ ਦਿਲ ਫੁੱਲ, ਜੇ ਕੋਈ ਰਹਿ ਗਿਆ ਹੋਵੇ ਧਰਮੀ ਫੌਜੀ, ਉਹ ਜ਼ਰੂਰ ਅਪਰੋਚ ਕਰੇ ਤਾਂ ਜੋ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਸਕੀਏ। ਮੈਂ ਅੰਤ ਵਿੱਚ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੀ ਹੋਈ ਇਹ ਬੇਨਤੀ ਕਰਾਂਗੀ, ਮੈਂ ਬੇਨਤੀ ਕਰਾਂਗੀ ਕਿ ਸਾਡੇ ਬਹੁਤ ਸਾਰੇ ਜਿੱਦਾਂ ਸ਼ਹੀਦ ਹੋਏ ਹੈ, ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ। ਸਾਡਾ ਇੱਕ ਬਹੁਤ ਇਤਿਹਾਸ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬੜੀ ਲੜਾਈ ਲੜੀ ਸੀ, ਜਦੋਂ ਕਿ 84 ਤੋਂ ਬਾਅਦ ਵੀ ਧਰਮ ਯੁੱਧ ਮੋਰਚਾ ਵੀ ਲੱਗੇ। ਉਸ ਧਰਮ ਯੁੱਧ ਮੋਰਚੇ ਤੋਂ ਵਿੱਚ ਸਾਡੇ ਬਹੁਤ ਸਾਰੇ 2 ਲੱਖ ਦੇ ਕਰੀਬ ਜਿੱਥੇ ਅਰੈਸਟ ਹੋ ਗਏ ਸਨ, 200 ਤੋਂ ਬਾਅਦ ਸ਼ਹੀਦ ਹੋ ਗਏ ਸਨ। ਸਾਡੇ ਬੈਠੇ ਸੱਜੇ ਪਾਸੇ ਸਾਡੇ ਭੁਪਿੰਦਰ ਸਿੰਘ ਜੀ ਭਲਵਾਨ ਸਾਹਿਬ, ਇਹਨਾਂ ਦੇ ਪਿਤਾ ਜੀ ਜਥੇਦਾਰ ਨਛੱਤਰ ਸਿੰਘ ਜੀ ਜੋ ਜ਼ਿਲ੍ਹੇ ਦੇ ਪ੍ਰਧਾਨ ਸਨ ਉਸ ਵੇਲੇ, ਉਹਨਾਂ ਨੇ ਵੀ ਇੱਥੇ ਆ ਕੇ 84 ਦੇ ਵਿੱਚ ਆਪਣੀ ਜਾਨ ਗਵਾਈ, ਇੱਥੇ ਸ਼ਹੀਦੀ ਹੋਈ। ਸੋ ਮੈਂ ਸਮਝਦੀ ਹਾਂ ਕਿ ਇਸ ਤਰ੍ਹਾਂ ਸਾਡੀਆਂ ਬੜੀਆਂ ਸ਼ਖਸੀਅਤਾਂ ਸਨ ਜਿਹੜੀਆਂ ਕਿ ਇਸ ਥਾਂ ਦੇ ਉੱਤੇ ਆ ਕੇ ਕੁਰਬਾਨ ਹੋ ਗਈਆਂ। ਮੈਂ ਜਿੱਥੇ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹਾਂ, ਉੱਥੇ ਗੁਰੂ ਗ੍ਰੰਥ ਸਾਹਿਬ ਜਿਹੜਾ 3, 4, 5 ਜੂਨ ਨੂੰ ਦਰਸ਼ਨ ਕਰਾਏ ਗਏ ਹੈ। ਲੋਕ ਅਜੇ ਤੱਕ ਸਬਰ ਨਹੀਂ ਕਰ ਰਹੇ, ਲੋਕਾਂ ਦੇ ਮਨ 'ਚ ਅਜੇ ਵੀ ਬਹੁਤ ਸ਼ਰਧਾ ਹੈ ਕਿ ਅਸੀਂ ਜਾ ਕੇ ਦਰਸ਼ਨ ਕਰ ਸਕੀਏ। ਸੰਗਤ ਦੀ ਮੰਗ ਨੂੰ ਵੇਖਦੇ ਹਾਂ, ਸੰਗਤ ਦੀ ਹੋਰ ਸਾਨੂੰ ਹੁਕਮ ਹੋਇਆ ਕਿ ਹੋਰ ਇਹਨੂੰ ਵਧਾਇਆ ਜਾਵੇ। ਅੱਜ ਫਿਰ ਉਹਨਾਂ ਨੂੰ ਕਹਿ ਦਿੱਤਾ ਕਿ ਸੰਗਤ ਆਈ ਹੈ ਵੱਡੀ ਗਿਣਤੀ ਵਿੱਚ, ਦਰਸ਼ਨ ਕਰਾਏ ਜਾਣ ਤਾਂ ਜੋ ਸੰਗਤ ਇਹ ਨਾ ਸੋਚੇ ਕਿ ਅਸੀਂ ਦਰਸ਼ਨ ਕਰਨ ਤੋਂ ਵਾਂਝੇ ਰਹਿ ਗਏ। ਬਹੁਤ ਧੰਨਵਾਦ ਜੀ। ਗੁਰੂ ਅੱਗੇ ਅਰਦਾਸ ਹੈ ਕਿ ਸਭਨਾਂ ਨੂੰ ਸਾਨੂੰ ਸਮਰਥ ਬਖਸ਼ੇ, ਤਾਕਤ ਬਖਸ਼ੇ। ਅਸੀਂ ਸਾਰੇ ਉਹਨਾਂ ਮਹਾਨ ਸ਼ਹੀਦਾਂ ਦਾ ਜਿਹੜਾ ਅੱਜ ਸਿਰ ਉੱਚਾ ਕਰਕੇ ਕਹਿ ਸਕੀਏ ਕਿ ਸੱਚੇ ਪਾਤਸ਼ਾਹ ਉਹਨਾਂ ਨੇ ਸਾਡੇ ਇਸ ਧਰਮ ਦੇ ਖੇਤਰ ਵਾਸਤੇ, ਧਰਮ ਸਥਾਨ ਵਾਸਤੇ ਬਹੁਤ ਵੱਡੀ ਕੁਰਬਾਨੀ ਦਿੱਤੀ। ਅਸੀਂ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂਜੀ। ਅੱਜ ਅਸੀਂ ਕਹਿਤਾ ਸ਼ੁਰੂ ਕਰਦੇ ਸੀ, ਉਹ ਤਰੀਕ ਮਿੱਥਾਂਗੇ ਇਸ ਤਰ੍ਹਾਂ ਜੀ। ਫਿਰ 14 ਜੂਨ ਨੂੰ ਆਉਣਾ ਧੰਨ ਗੁਰੂ ਅਰਜਨ ਦੇਵ ਜੀ ਸ਼ਹੀਦੀ ਪੁਰਬ ਵੀ, ਫਿਰ ਅਸੀਂ 2-3 ਦਿਨ ਵਾਸਤੇ ਫਿਰ ਸ਼ੁਰੂ ਕਰ ਦੇਵਾਂਗੇ ਕਿਉਂਕਿ ਲਗਾਤਾਰ ਅਸੀਂ ਨਹੀਂ ਰੱਖ ਸਕਾਂਗੇ। ਕਈ ਵਾਰੀ ਨਵੀਂ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ, ਕਿਉਂਕਿ ਬਹੁਤ ਪੁਰਾਣਾ ਵੀ ਹੈ,
वो थोड़ा जिहा विच जख्म भी है, बिरद भी होया, इस करके सानू उसकी संभाल भी करनी बहुत जरूरी है। विच विच जिद्दां संगत दी आया करेगी मंग असीं रखिया करांगे ते आउण वाले समय दे विच फिर उसे तरह 2-2 4-4 दिन करके जरूर दर्शन कराया करें। देखो क्योंकि समा थोड़ा सी असी सारी प्लान पूरी नहीं कर सके, मैं माफ़ी मंगती है। हुण असी सारियां तस्वीरां कढवा रहे हैं और जो छेती वो गैलरी दे विच जो गुरु जो तख्त साहब जी का जिहड़ा उस वेले पूरा फट्टड़ होया, जख्मी होया, जो मॉडल सी उस इमारत उस महान तख्त का वो असी बना के जल्दी असी, क्योंकि मैं आर्कीटैक्ट बुला रही हैं और जल्दी बना के असी, मैं ये विश्वास दवानी है कि बहुत थोड़े समय च असी उन्हें खोलांगे भी, विच शहीदां दी तस्वीरां भी लावांगे ते नाल नाल जिहड़ियां गुरु ग्रंथ साहब जी के जख्मी बेड़ा दी तस्वीरां मूँह बोल की तस्वीर होएगी वो तो जरूर विराजमान करें। देखो वो जे असी सलाह कर लांगे, असी दर्शन करके आए हैं और मैं देखा सी क्योंकि बहुत भारा स्वरूप है, बहुत बड़ा स्वरूप है। वो तो मेरा ख्याल है कि उन्होंने ते अखर ही एडे एडे वड्डे है। देख के वाहिगुरू सच्चे पातशाह नमस्कार किया। ये सच्चे पातशाह कैसे गुरसिख सन जिन्होंने एड्डी एड्डी सुंदर हस्तलेख लिखाइया जड़ियाँ वो कीतियां ते वो भी समा आएगा तो जरूर से चलो देखो जी, हौली हौली कई पंथक विचारां जड़ियां होंदियां ने, कोई समा हुंदा समा नहीं बनता। हो सकता उस समय विचों ही आवाज़ निकली होवे, सानू ईमेलां भी आईयां, टैलीफोन भी आए और सानू कई लैटर भी आए। उस समय दे नाल विचारां करदियां कई मौका बन जाता, किसी वेले लेट हो जाता। मैं उस दिन भी कौम दे कोलों माफ़ी मंगी सी कि गुरु रामदास ने जदों किरपा करनी, जदों बख्शिश करनी है, ये मौका उदों ही बनना सी। ये वाहिगुरू ने मेहर की, कुदरती तौर पर असीं दर्शन किए। मैं भी जाके दर्शन किए। जो मेरा मन विरकिया, मेरे मन च आई कि अज तक जो असीं गल कहने स्टेजां ते असीं दर्शन नहीं सी कीते, सुनिया ही सी ते असीं कहंदे सी पता नहीं लोगों के मन च, बच्चों के मन च, पीढ़ी के मन च ये सी भी शायद उदा ही बनाई जाते हैं भी कांग्रेस का वड्डा जुल्म होया, कांग्रेस सरकार ने वड्डा जुल्म किया ते वो प्रतख जिहड़ी है वो गल सामने आनी चाहिए है। ये जो असीं एग्जैक्टिव ने सारे बैठे, मेरे सज्जे खब्बे एग्जैक्टिव के मैंबर साहबान, इन्होंने सारे ने विचार की कि आपां नूं कौम के सामने सचमुच ही जो सच्चाई है वो दसनी चाहिए है। तो कल भी असी देखो इस करके असी हर रोज़ कोई ना कोई जाके दर्शन करन जाने हैं। मैं उस दिन भी गल कही सी, कई बार असी अवेसले भी हो जाते हैं। मैं भी लगातार ज्यों की सुरत संभाली है, मेरा ख्याल है नेड़े होने करके असी हफ्ते 15 दिन बाद दर्शन करना आने और मत्था भी टेकते हैं, समागमां ते भी आने। पर मैं समझती है कि जे मेरे वर्गी जी इतों नेड़े रोज़ आती भी रही है, 3 बारी पहला प्रधान भी रही है, 4थी बार बनी है, जे मैं ही दर्शन नहीं कर सकी सी ते अभागी सी, मैं अपनी भी मंगती सच्चे पातशाह जो किरपा की है उदों ही दर्शन कर सके। तो ये जो किरपा होनी है, जो टुटना ना उदों ही सारा कुछ होना, वो रजा में ही है। सो ये असी गलतियां भी नहीं चितारनियां कि गलती है कि नहीं किया। मैं तो करी सच्चे पातशाह देर आए दुरुस्त आए, कौम जागे, कौम वावेलियां तो बचे, कौम गुरमत विच रहे, कौम सिख रहत मर्यादा की पालना करते हुए श्री अकाल तख्त साहब की छत्र छाया थले रहे और श्री हरमंदिर साहब उस जिथे परमात्मा के बाणी गुरु साहब ने लिखा डिठे सभे थाम नहीं तुद जिहा, जदों उसनूं नहीं तुद जिहा कहा उसकी शरण विच रहन जिथे खत्री ब्राह्मण शूद वैश्य उपदेश 4 वर्ना को साझा सबनों एक बुक्कल में लिया जाता है। मेरा ख्याल है कि इस तो वड्डी होर गल कोई नहीं। मैं पिछलियां भुलां दी माफ़ी मंगदी है। 100 साल के श्रोमणी कमेटी के इतिहास में साडे कोलों सेवा करदियां साडे कोलों ऊनताइयां भी रही होणगियां, गलतियां भी होईयां होणगियां, घाटां भी रही होणगियां, साडी संस्था कोलों, साडे सेवादारां कोलों, मुलाजमां कोलों, लेकिन वो सच्चे पातशाह समर्थ है, वो किरपा करे कि कमियां दूर करके सानू समत बख्शे, ताकत बख्शे कि आने वाली संगत की असी इस तरह चढ़ती कला नाल सेवा कर सकीए।
ਤੇ ਹੋਈਆਂ ਭੁੱਲਾਂ ਦੀ ਮੈਂ ਸੰਗਤ ਕੋਲ ਮਾਫੀ ਮੰਗਦੀ ਹਾਂ ਕਿ ਸਾਡੀਆਂ ਭੁੱਲਾਂ ਨਾ ਚਿਤਾਰੋ, ਸਾਨੂੰ ਆਸ਼ੀਰਵਾਦਾਂ ਦਿਓ, ਅਸੀਸਾਂ ਦਿਓ, ਸਾਨੂੰ ਸੇਧ ਦਿਓ, ਸਾਨੂੰ ਸੁਝਾਅ ਦਿਓ ਕਿ ਕਿਹੜੇ ਕੰਮ ਅਸੀਂ ਕਰ ਸਕੀਏ ਤਾਂ ਜੋ ਕੌਮ ਦੀ ਹੋਰ ਵੀ ਸਿਰ ਉੱਚਾ ਹੋ ਸਕੇ। ਜਿਹੜਾ ਵਾਈਟ ਪੇਪਰ ਛਪਿਆ ਉਹ 4 ਦਿਨ ਪਹਿਲਾਂ ਹੀ ਮੈਂ ਲਾਇਬ੍ਰੇਰੀ 'ਚ ਮੰਗਾਇਆ, ਔਰ मैं भी नहीं सी पढ़िया। मैं सच्ची गल कड़ी करती हैं, मैं हमेशा मेरी आदत है कि जी गल मैं ना जानती हूँ मैं मन जानी वो भी मैं पढ़ना शुरू किया होया। और मैं नाल ही धर्म प्रचार के सकत्तर नूं सिमरजीत सिंह जी नूं कह दिता होया, सरदार सिमरजीत सिंह नूं, इहदियां कापियां रिपीट करो, दोबारा रीप्रिंट करो तां जो कौम दे कोल जाण, साडे विद्वानां कोल जाण, वो विद्वान जिहड़े है उतों सारा कुछ जाणू हो सकन। कोई गल नहीं जी, सुनिया कोई संगत सारी ने सुनिया। जोश है, ये कौम जिउंदी जोश विच है। जे कौम च जोश खत्म हो गया फिर तो कौम ही खत्म हो गई। जे जोश ही ना होया तो फिर सिख कौम नूं जज्बाती ते सिख कौम की एड्डी बड़ी ताकत जिहड़ी है कौन जानेगा। उन्होंने अंदर जोश है, क्योंकि जिद्दां सिंह साहब जी ने कहा कि तुसीं सारे साल की पीड़ा का जज्बात जिहड़ा अपने जज्बातां दे नाल नारा ला के कढदे हो तां जो असी आज़ाद है। सो इस करके कोई सानू गुस्सा नहीं, क्योंकि वो बच्चे नौजवान वो आते हैं जदों वो अपनी पीड़ा किद्दां जाहिर करन, असी तो बोल के कर लेने, असी प्रार्थना कर लेने, असी लैक्चर दे के कर लेने, असी उत्थे सारे संदेश दे के कर लेने। लेकिन जिहड़ा नौजवान जां कौम जिहड़ी आई है वो अपने जज्बात नूं ये जकारिया राही, ये नारिया राही संगतां दे सामने रख के दसदी है कि असी जोश विच है, असी मरे नहीं, असी जिउंदे हैं, असी हर दुश्मन नाल मुकाबला करने वास्ते तैयार बर तैयार है। देखो मैं नहीं कहती कि गुरबाणी ने सुन, असी उतों की मर्यादा का थोड़ा घान होने देना, गुरबाणी तो सुनानी है। जे कोई देखो गलती भी करता कि गुरमत के खिलाफ चलता, असी उन्होंने ना असी कुट सकते हैं, ना असी कुछ कह सकते हैं। बच्चे ने वो साढ़े नौजवान ने, साढ़े जज्बाती सिंह ने, वो साढ़े अपने ने, कोई दुश्मन नहीं है। वो अपना सिर्फ जाहिर करते हैं कि वो असी उच्ची आवाज़ नहीं होंगी, वो जड़ा संदेश है वो संगत तक पहुँचाना होंदा, संगत सुनती है। सारे नहीं नारे ला रहे होंगे, कोई थोड़े बहुते सिंह होंगे है जो अपना जज्बात जाहिर करते हैं। बाकी आवाज़ जी है वो उच्ची करके तां संगत नूं सुनाईदा कि सारे संदेश नूं सुन सकन, बाणी सुन सकन। असी तो किसी ना असी पुलिस बुलाई है जी, ना असी पुलिस नूं वड़न दिता, ना असी कहा। अंदर मैनूं लगदा कि कोई पुलिस का कर्मचारी मैं तो ना किसी को कहा ही सी, और एक नूं भी असी रोकिया नहीं। सानू आके कहा कि मान साहब आए हैं, वो कहते बैठना सी, उत्थे बिठाए सत्कार देना, बैठे आ, बहुत सत्कार नाल बैठे। और मैं धन्यवाद करती हाँ सरदार सिमरजीत सिंह मान जी का, उन्होंने बेटे बैठे। फिर जदों उन्होंने कहा कि वो आने हैं, मंड साहब आने हैं, दूजे आने हैं, वो कहते सी मत्था टेक के जाना, मैंने कहा भी टेक के जान, कोई सानू असी किसी ने मनाही नहीं की। और उत्थे आप वो मत्था टेक के फिर थले चले गए। सो मेरा कहने तो भाव कि ये सारा कुछ अज गुरमत अनुसार अंदर रखना बहुत जरूरी है। अंदर जिहड़ा वो गुरु की हजूरी में कोई रौला नहीं पैना चाहिए, किसी बेहुरमती नहीं होनी चाहिए, कितने गुरमत का घाण नहीं होना चाहिए, गुरु की हजूरी में किसी किस्म की कोई वो कुताही नहीं होनी चाहिए जिहड़ी साडी सिख रहत मर्यादा नूं ठेस पहुंचावे। देखो जी मैं ये गल क्यों कहां, मैं तुसीं कह नारे लाए, असीं कहा जी उन्होंने जोश जाहिर किया, जायज़ नजायज़ वो परमेश्वर जानता है। चंगी गल ठीक है जी, उन्होंने अपने ਜਿਹੜੇ ख्याल रखे है, चंगी गल है। उन्होंने हर सिख के जज्बात ਜਿਹੜੇ ਉਹ ਜ਼ਾਹਰ कर सकता है। हर कोई आज़ाद है जी। थैंक यू जी।
देखो जे उन्होंने ये किया कि